ਓਮ ਸ਼ਾਂਤੀ, ਸਤਿ ਸ੍ਰੀ ਅਕਾਲ ਜੀ। ਮੈਂ ਅਮਰਜੀਤ ਕੌਰ ਦੁਆ ਆਪ ਜੀ ਦੇ ਨਾਲ ਫਿਰ ਮਿਲ ਰਹੇ ਹਾਂ। ਇੱਕ ਓਂਕਾਰ, ਇੱਕ ਪਰਮਾਤਮਾ ਦੇ ਸਾਡੇ ਇਹ ਚੱਲ ਰਿਹਾ ਹੈ ਜਪਜੀ ਸਾਹਿਬ ਦੇ ਵਿਚਾਰ ਅਤੇ ਸਿਮਰਨ ਦੇ ਤੌਰ 'ਤੇ ਅਸੀਂ ਸਾਂਝੀ ਰੂਪ ਵਿੱਚ, ਸੰਗਠਨ ਰੂਪ ਵਿੱਚ ਅਸੀਂ ਇਸ ਨੂੰ ਸਿਮਰਨ ਦੇ ਵਿਚਾਰ ਕਰ ਰਹੇ ਹਾਂ। ਪਿਛਲੇ ਐਪੀਸੋਡ ਵਿੱਚ ਅਸੀਂ 2 ਪੌੜੀ ਕਰ ਚੁੱਕੇ ਹਾਂ। ਅਖੀਰਲਾ ਸੀ ਹੁਕਮ ਦੇ ਬਾਰੇ। ਅਸੀਂ ਹੁਕਮ ਨੂੰ ਸਮਝਿਆ ਗਹਿਰਾਈ ਵਿੱਚ। ਹੁਕਮ ਬਾਹਰ ਦਾ ਹੁਕਮ, ਅੰਦਰ ਮਤਲਬ ਕਿ ਦੁਨੀਆ ਵਿੱਚ ਹੁਕਮ ਕਿਸ ਤਰ੍ਹਾਂ ਚੱਲ ਰਿਹਾ ਅਤੇ ਸਾਡੇ ਸਰੀਰ ਵੀ ਹੁਕਮ ਵਿੱਚ ਕਿਸ ਤਰ੍ਹਾਂ ਚੱਲ ਰਿਹਾ। ਇਹ ਸਾਰੇ ਅਸੀਂ ਚੰਗੀ ਤਰ੍ਹਾਂ ਇਸ ਨੂੰ ਸਮਝਿਆ ਅਤੇ ਹੁਕਮ ਅੰਤ ਵਿੱਚ ਗੁਰੂ ਸਾਹਿਬ ਨੇ ਕਲੀਅਰ ਕਰਕੇ ਦੱਸਿਆ ਕਿ ਨਾਨਕ ਹੁਕਮੈ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਇ। ਮਤਲਬ ਕਿ ਜੇ ਅਸੀਂ ਉਸਦੇ ਹੁਕਮ ਨੂੰ ਸਮਝ ਪਾਵਾਂਗੇ ਅਤੇ ਸਾਡੇ ਵਿੱਚ ਹਉਮੈ ਨਹੀਂ ਆਏਗਾ, ਕਿ ਸਾਨੂੰ ਪਤਾ ਚੱਲ ਜਾਏਗਾ ਕਿ ਸਾਰਾ ਕੁਛ ਉਸਦੇ ਹੁਕਮ ਰਾਹੀਂ ਚੱਲ ਰਿਹਾ ਹੈ ਅਤੇ ਅਸੀਂ ਉਸਦੇ ਹੁਕਮ ਵਿੱਚ ਹੀ ਚੱਲ ਰਹੇ। ਮਤਲਬ ਉਹ ਲਿਖਿਆ, ਨਾਨਕ ਲਿਖਿਆ ਨਾਲ ਉਹ ਗੱਲ ਹੋ ਰਹੀ ਹੈ ਕਿ ਹੁਕਮ ਵਿੱਚ ਹੀ ਸਾਰਾ ਕੁਛ, ਪਾਣਾ ਵਿੱਚ ਹੀ ਸਾਰਾ ਕੁਛ ਚੱਲ ਰਿਹਾ। ਅਤੇ ਹੁਣ ਅਸੀਂ ਤੀਸਰਾ ਪੌੜੀ ਸ਼ੁਰੂ ਕਰਨ ਲੱਗੇ ਹਾਂ। ਇਹ ਪੌੜੀ ਗਾਵੇ ਦੇ ਉੱਤੇ ਵੇ। ਗਾਵੇ ਦਾ ਮਤਲਬ ਜੋ ਗਾ ਰਹੇ ਨੇ ਸਾਰੇ ਉਸ ਪਰਮਾਤਮਾ, ਪਰਮ ਪਿਤਾ, ਰੱਬ ਦੇ ਸਿਫਤ ਵਿੱਚ ਅਸੀਂ ਸਾਰੇ ਗਾ ਰਹੇ। ਤਾਂ ਡੀਟੇਲ ਵਿੱਚ ਗੁਰੂ ਨਾਨਕ ਦੇਵ ਜੀ ਨੇ ਗਾਵੇ ਦੇ ਉੱਤੇ ਬਹੁਤ ਸੋਹਣੀ ਤਰ੍ਹਾਂ ਸਾਨੂੰ ਦੱਸਿਆ ਹੈ ਕਿ ਕਿਉਂ ਗਾ ਰਿਹਾ ਅਤੇ ਕਿਵੇਂ ਗਾ ਰਿਹਾ। ਅਸੀਂ ਆਈਏ ਇਸ ਨੂੰ ਇੱਕ ਵਾਰੀ ਪੜ੍ਹੀਏ, ਗੁਰਬਾਣੀ ਦੇ ਪੰਕਤੀਆਂ ਨੂੰ ਅਤੇ ਇੰਗਲਿਸ਼ ਟਰਾਂਸਲੇਸ਼ਨ ਵੀ, ਅਤੇ ਫਿਰ ਆਪਾਂ ਇਸ ਦੇ ਉੱਤੇ ਸਿਮਰਨ ਕਰਾਂਗੇ, ਵਿਚਾਰ ਕਰਾਂਗੇ। ਅਤੇ ਇਸ ਨੂੰ ਪੜ੍ਹਨ ਤੋਂ ਪਹਿਲਾਂ ਇੱਕ ਵਾਰੀ ਧਿਆਨ ਕਰਿਓ ਕਿ ਅਸੀਂ ਜੋਤੀ ਬਿੰਦੂ ਹਾਂ, ਮੈਂ ਜੋਤੀ ਬਿੰਦੂ ਆਤਮਾ ਹਾਂ ਅਤੇ ਉਸ ਜੋਤੀ ਬਿੰਦੂ ਪਰਮਾਤਮਾ ਨੂੰ ਮਿਲ ਰਹੇ ਹਾਂ ਅਤੇ ਮਨ ਵਿੱਚ ਟਿਕਾ ਕੇ ਰੱਖਣਾ ਹੈ, ਮਨ ਦੇ ਤਸਵੀਰ ਦੇ ਵਿੱਚ ਟਿਕਾ ਕੇ ਰੱਖਣਾ ਹੈ। ਅਤੇ ਇਸ ਐਪੀਸੋਡ ਜਦ ਤੱਕ ਚੱਲ ਰਿਹਾ, ਜਦ ਤੱਕ ਅਸੀਂ ਸਾਂਝੀ ਸੰਗਠਨ ਸਤਸੰਗ ਕਰ ਰਹੇ ਹਾਂ, ਮਨ ਵਿੱਚ ਜੋਤੀ ਬਿੰਦੂ ਦਾ ਤਸਵੀਰ ਮਨ ਤੋਂ ਨਿਕਲੇ ਨਾ। ਇਹ ਸਾਡੀ ਟੈਸਟ ਹੈ ਕਿ ਅਸੀਂ ਰੱਬ ਨੂੰ ਮਨ ਵਿੱਚ ਟਿਕਾ ਸਕਣੇ ਹਾਂ ਕਿ ਨਹੀਂ। ਸੁਣਦਿਆਂ, ਗੱਲ ਕਰਦਿਆਂ ਵੀ ਅਸੀਂ ਇਹ ਕਾਰਜ ਕਰਨ ਦੀ ਕੋਸ਼ਿਸ਼ ਕਰਨਾ। ਮੈਂ ਵੀ ਇਸ ਵੇਲੇ ਆਪਣੇ ਮਨ ਵਿੱਚ ਜੋਤੀ ਬਿੰਦੂ ਮੈਂ ਅਤੇ ਜੋਤੀ ਬਿੰਦੂ ਬਾਬਾ ਦੀ ਤਸਵੀਰ ਟਿਕਾ ਕੇ ਰੱਖ ਲਿਆ ਅਤੇ ਤੁਸੀਂ ਵੀ ਇਹ ਕਰ ਲਿਓ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕਥ ਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿਨ ਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਹੁਕਮੀ ਹੁਕਮ ਚਲਾਏ ਰਾਓ, ਨਾਨਕ ਵਿਗਸੈ ਵੇ ਪਰਵਾਓ। ਇਹ ਪੂਰਾ ਪੌੜੀ 3 ਹੈ, ਪਰ ਅਸੀਂ ਹਾਲੀ ਸਿਰਫ ਹਾਫ ਪੌੜੀ ਕਰ ਰਹੇ ਹਾਂ ਅੱਜ, ਕਿਉਂਕਿ ਇਹਦੇ ਕਾਫੀ ਪੰਕਤੀਆਂ ਨੇ ਅਤੇ ਸਕਰੀਨ ਦੇ ਉੱਤੇ ਅਸੀਂ ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਇੱਥੇ ਤੱਕ ਆਪਾਂ ਵਿਚਾਰ ਕਰਾਂਗੇ। ਇੰਗਲਿਸ਼ ਵਿੱਚ ਲਿਖਿਆ ਹੈ ਗਾਵੇ। These verses begin with gave, singing. Everyone sings his praises, his powers, his signs, his strength, his bounties, his beauty, his wisdom, his knowledge, his greatness. He is know-it-all, his life-making and taking prowess. Some find him far, some near, and some everywhere omnipresent. And yet no song, poetry, words can do justice to even his mere scent. ਮਤਲਬ ਕਿ ਅਸੀਂ ਜਿੰਨਾ ਮਰਜ਼ੀ ਉਸ ਦੀ ਸਿਫਤ ਕਰੀਏ, ਕਦੀ ਅਸੀਂ ਉਸ ਦੇ ਹੱਦ ਨੂੰ, ਉਹ ਬੇਹੱਦ ਹੈ, ਅਸੀਂ
ਉਸ ਦੇ ਹੱਦ ਨੂੰ ਪਾ ਨਹੀਂ ਸਕਦੇ। ਜੋ ਬੇਹੱਦ ਹੈ ਉਸ ਦੀ ਜਿੰਨਾ ਮਰਜ਼ੀ ਅਸੀਂ ਸਿਫਤ ਕਰੀਏ ਅਸੀਂ ਕਰ ਨਹੀਂ ਪਾਉਂਦੇ। ਇਹ ਜਿਵੇਂ ਕਿ ਅਸੀਂ ਕਹਿੰਦੇ ਹਾਂ ਜੇ ਪੂਰਾ ਸਮੁੰਦਰ ਸਿਆਹੀ ਹੈ ਅਤੇ ਪੇੜ ਹਰ ਇੱਕ ਪੇੜ ਜੰਗਲ ਦੇ ਵਿੱਚ ਨੂੰ ਅਸੀਂ ਪੈਨਸਲ ਬਣਾ ਦਈਏ ਅਤੇ ਉਹ ਪੈਨ ਬਣਾ ਦੇ ਅਤੇ ਉਹ ਮਤਲਬ ਕਿ ਜਿੰਨਾ ਮਰਜ਼ੀ ਅਸੀਂ ਉਸ ਨੂੰ ਉਸ ਸਿਆਹੀ ਦੇ ਨਾਲ ਅਸੀਂ ਲਿਖੀਏ ਉਸ ਦੀ ਸਿਫਤ ਤਦ ਵੀ ਅਸੀਂ ਉਸਨੂੰ ਉਸਦੀ ਸੀਮਾ ਨਹੀਂ ਪਾ ਪਾਵਾਂਗੇ। ਅਤੇ ਇੱਥੇ ਗੁਰੂ ਜੀ ਨੇ ਇੱਕ ਇੱਕ ਤਰੀਕੇ ਦੇ ਨਾਲ ਕਿ ਕੌਣ ਕੌਣ ਗਾ ਰਿਹਾ ਉਸਨੂੰ ਸਾਨੂੰ ਸਪਸ਼ਟ ਦੱਸਿਆ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, मतलब कि जो इतने शक्तिशाली ने इतने बल वाले ने वो भी गा रहे ने। गावे को दात जाने निशान, मतलब कि ਉਹ ਤੇ ਦਿੰਦਾ ਹੀ ਹੈ, ਉਹਦੀ ਦੇਣ ਉਹਦਾ ਦਾਤ ਅਸੀਂ ਸੀਮਾ ਨਹੀਂ ਪਾ ਸਕਦੇ। ਉਸ ਦੀ ਬਾਉਂਟੀਜ਼ ਇੱਥੇ ਅਸੀਂ ਲਿਖਿਆ ਮਤਲਬ ਕਿ ਇੰਨਾ ਉਹ ਦੇ ਰਿਹਾ ਦਾਤ ਬਾਉਂਟੀਜ਼ ਦੇਣਾ ਉਹਦੀ ਹੋਂਦ ਹੈ ਉਹ ਦਿੰਦਾ ਹੀ ਹੈ। ਗਾਵੇ ਕੋ ਗੁਣ ਵਡਿਆਈਆ ਚਾਰ, ਮਤਲਬ ਕਿ ਉਸ ਦੀ ਵਡਿਆਈ ਵੀ ਵਿੱਚ ਸਾਰੇ ਉਸ ਦੇ ਗੁਣ ਗਾ ਰਹੇ ਨੇ। ਇੰਨੇ ਗੁਣ ਨੇ, ਇੰਨੇ ਉਸ ਦੇ ਪ੍ਰੇਜ਼ਸ, ਉਸ ਦੇ ਕੁਆਲਿਟੀਜ਼, ਉਸ ਦੇ ਜਿਵੇਂ ਕਿ ਅਸੀਂ ਬੋਲੀਏ ਟੋਲਰੈਂਸ, ਅਕੋਮੋਡੇਟ, power to face, all the powers ਜੋ ਅਸੀਂ ਕਹਿੰਦੇ, power to know, power to discern, ਮਤਲਬ ਸਮੇਟਣ ਦੀ ਸ਼ਕਤੀ, ਸਾਹਮਣੇ ਕਰਨੇ ਦੀ ਸ਼ਕਤੀ ਅਤੇ ਪਿਆਰ ਕਰਨ ਦੀ ਸ਼ਕਤੀ, ਸ਼ਾਂਤੀ ਦਾ ਸ਼ਕਤੀ, ਸੰਤੁਸ਼ਟਤਾ ਦੀ ਸ਼ਕਤੀ, ਉਸ ਦੇ ਵਿੱਚ ਗੁਣਾਂ ਨਾਲ ਉਹ ਭਰਪੂਰ ਹੈ ਅਤੇ ਇਹ ਵਡਿਆਈ ਸਾਰੇ ਕਰ ਰਹੇ ਨੇ ਉਸ ਦੀ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਮਤਲਬ ਉਹ ਉਸ ਦੀ ਵਿੱਦਿਆ ਅਤੇ ਉਸ ਦੀ ਵਡਿਆਈ, ਉਸ ਦੀ ਇੰਨੀ ਵਿੱਦਿਆ ਵਿਖਮ ਵਿਚਾਰ, ਮਤਲਬ ਉਸ ਦੀ ਵਿੱਦਿਆ ਨੂੰ ਅਸੀਂ ਉਸ ਦੀ ਗਿਆਨ ਦੀ ਗਹਿਰਾਈ ਨੂੰ ਅਸੀਂ ਸਮਝ ਨਹੀਂ ਪਾ ਸਕਦੇ, ਇੰਨੀ ਬੇਹੱਦ ਗਿਆਨ ਹੈ। ਇਸ ਵਾਸਤੇ ਅਸੀਂ ਕਹਿੰਦੇ ਹਾਂ ਗਿਆਨ ਦਾ ਸਾਗਰ ਹੈ ਉਹ। ਗਾਵੇ ਕੋ ਸਾਜ ਕਰੇ ਤਨਖੇ, ਮਤਲਬ ਕਿ ਸਾਜ਼ ਵਿੱਚ ਅਸੀਂ ਜਿੰਨੇ ਮਰਜ਼ੀ ਰਾਗ ਸਾਜ਼ ਉਹ ਸਾਰੇ ਉਸ ਦੇ ਵਿੱਚ ਗਾ ਰਹੇ ਨੇ, ਫਿਰ ਵੀ ਅਸੀਂ ਉਹ ਇੰਨਾ ਸਾਰਾ ਕੁਝ ਜਾਣਦਾ ਹੈ ਕਿ ਉਸ ਨੂੰ ਅਸੀਂ ਫਿਰ ਕਹਿੰਦੇ ਹਾਂ ਕਿ ਉਹ ਅਸੀਂ ਉਸ ਦੀ ਸੀਮਾ ਨਹੀਂ ਪਾ ਸਕਦੇ ਕਿਸੇ ਵੀ ਫੀਲਡ ਦੇ ਵਿੱਚ, ਚਾਹੇ ਉਹ ਬਲ ਦਾ ਹੋ ਜਾਂ ਗੁਣ ਦਾ ਹੋ ਜਾਂ ਖੂਬਸੂਰਤੀ ਦਾ ਹੋ ਜਾਂ ਸਾਜ਼ ਦਾ ਹੋ ਜਾਂ ਜੋ ਵੀ, ਇਹ ਹਰ ਇੱਕ ਫੀਲਡ ਵਿੱਚ ਅਸੀਂ ਉਸ ਦੀ ਸੀਮਾ ਨਹੀਂ ਪਾ ਸਕਦੇ। ਗਾਵੇ ਕੋ ਜੀ ਲੈ ਫਿਰਦੇ, ਅਤੇ ਇਹ ਉਸ ਦੀ ਜਿਸ ਤਰ੍ਹਾਂ ਅਸੀਂ ਪਹਿਲੇ ਐਪੀਸੋਡ ਵਿੱਚ ਵੀ ਗੱਲ ਕਰ ਚੁੱਕੇ ਕਿ ਸਾਨੂੰ ਨਹੀਂ ਪਤਾ ਕਿ ਉਹ ਅਸੀਂ ਕਦੋਂ ਜਨਮ ਲੈਂਦੇ ਹਾਂ ਅਤੇ ਕਦੋਂ ਅਸੀਂ ਇਸ ਸਰੀਰ ਨੂੰ ਛੱਡ ਕੇ ਜਾਂਦੇ ਹਾਂ। ਇਹ ਅਸੀਂ ਕਹਿਣੇ ਉਸ ਦੇ ਹੱਥ ਹੈ, ਕਿਉਂਕਿ ਸਾਡੇ ਹੱਥ ਨਹੀਂ ਹੈ। ਜੋ ਸਾਡੇ ਹੱਥ ਨਹੀਂ ਹੈ ਇਸ ਮਤਲਬ ਕਿਸੇ ਦੇ ਹੱਥ 'ਤੇ ਹੈ ਨਾ, ਕਿਸੇ ਦੇ ਮਤਲਬ ਅਸੀਂ ਫਿਰ ਕਹਿੰਦੇ ਉਸ ਅਕਾਲ ਪੁਰਖ ਦੇ ਹੱਥ ਹੈ। ਤੋ ਗਾਵੇ ਕੋ ਜੀ ਲੈ ਫਿਰਦੇ, ਮਤਲਬ ਉਹ ਲੈਂਦਾ ਹੈ ਅਤੇ ਦਿੰਦਾ ਹੈ ਇਹ ਜੀਵ ਨੂੰ, ਦ ਲਾਈਫ ਮੇਕਿੰਗ ਐਂਡ ਟੇਕਿੰਗ ਪ੍ਰੋਸੈਸ। ਫਿਰ ਗਾਵੇ ਕੋ ਜਾਪੇ ਦਿਸੇ ਦੂਰ, ਕਈ ਉਸ ਨੂੰ ਨੇੜੇ ਫੀਲ ਕਰਦੇ ਨੇ, ਕਈ ਉਸ ਨੂੰ ਦੂਰ ਫੀਲ ਕਰਦੇ ਨੇ। ਗਾਵੇ ਕੋ ਵੇਖੇ ਹਦਰਾ ਦੂਰ, ਔਰ ਕਈ ਸਮਝਦੇ ਕਿ ਉਹ ਹਰ ਜਗ੍ਹਾ ਮੌਜੂਦ ਹੈ। ਐਕਚੁਅਲੀ ਉਹ ਹੋਣ ਦੇਖ ਕੇ, ਕਿਉਂਕਿ ਇੱਕ ਤੋਂ ਸ਼ੁਰੂ ਹੋਇਆ ਤਾਂ ਉਹ ਇੱਕ ਹੀ ਹੈ, ਪਰ ਉਸ ਦੀ ਸ਼ਕਤੀ ਇੰਨੀ ਹੈ ਕਿ ਉਹ ਫੈਲਦੀ ਹੈ, ਉਸ ਦੀ ਕਰੰਟ, ਉਸ ਦੀ ਐਨਰਜੀ ਫੈਲਦੀ ਹੈ। ਜਿਵੇਂ ਸੂਰਜ ਹੈ, ਸੂਰਜ ਆਸਮਾਨ ਵਿੱਚ ਟਿਕਿਆ, ਪਰ ਅਸੀਂ ਹਰ ਜਗ੍ਹਾ ਸੂਰਜ ਨੂੰ ਵੇਖਦੇ ਹਾਂ। ਘਰ ਤੋਂ ਬਾਹਰ ਨਿਕਲਦੇ ਹੀ ਸੂਰਜ ਨੂੰ ਨਜ਼ਰ, ਉਸ ਦੀ ਰੋਸ਼ਨੀ, ਉਸ ਦੀ ਚਾਨਣ ਅਸੀਂ ਫੀਲ ਕਰਦੇ, ਉਸ ਦੀ ਗਰਮਾਈ ਨੂੰ ਅਸੀਂ ਫੀਲ ਕਰਦੇ। ਇਹ ਅਸੀਂ ਕਹਿ ਨਹੀਂ ਸਕਦੇ ਕਿ ਘਰ ਦੇ ਅੰਦਰ ਸੂਰਜ ਨਹੀਂ ਹੈ, ਕਿਉਂਕਿ ਜਿਹੜੀ ਟੈਂਪਰੇਚਰ ਦੁਨੀਆ ਦੀ ਹੈ ਉਹ ਸੂਰਜ ਦੀ ਕਿਰਨੇ ਨਾਲ ਹੀ ਹੈ, ਸੂਰਜ ਦੀ ਮੌਜੂਦਗੀ ਨਾਲ ਹੀ ਹੈ। ਅਤੇ ਇਸ ਵਾਸਤੇ ਅਸੀਂ ਸੂਰਜ ਨੂੰ ਬੇਸ਼ੱਕ ਨਾ ਵੇਖੀਏ ਤਾਂ ਵੀ ਅਸੀਂ ਉਸ ਨੂੰ ਫੀਲ ਕਰ ਸਕਦੇ ਹਾਂ, ਉਸ ਦੀ ਟੈਂਪਰੇਚਰ ਦੇ ਨਾਲ, ਹੀਟ। ਤਾਂ ਇਹ ਸੂਰਜ ਦੀ ਗੱਲ ਹੈ, ਪਰ ਸੂਰਜ ਦੀ ਹਸਤੀ ਹੈ, 5 ਤੱਤਵ ਵਿੱਚ ਹੈ, ਇੱਕ ਤੱਤਵ ਹੈ। ਲੇਕਿਨ ਪਰਮਾਤਮਾ, ਪਰਮ ਪਿਤਾ ਉਹ
ਉਹ ਤੇ ਬੇਹੱਦ ਹੈ, ਉਹ ਤੇ ਪੰਜ ਤੱਤਵ ਤੋਂ ਵੀ ਉੱਤੇ ਹੈ ਅਤੇ ਉਸ ਦੀ ਸੀਮਾ ਨਹੀਂ ਪਾ ਸਕਦੇ, ਲੇਕਿਨ ਅਸੀਂ ਉਸਦੀ ਬਰਕਤ ਹਰ ਜਗ੍ਹਾ ਵੇਖਦੇ ਹਾਂ। ਇਸ ਵਾਸਤੇ ਅਸੀਂ ਉਹਨਾਂ ਨੂੰ ਓਮਨੀ ਪ੍ਰੈਜ਼ੈਂਟ ਕਹਿੰਦੇ ਹਾਂ, ਜੋ ਕਹਿੰਦੇ ਹਾਦਰ ਹਦੂਰ। ਉਹ ਇੱਕ ਹੈ, ਪਰ ਉਸਦੀ ਸਿਫਤ, ਉਸਦੀ ਗੁਣ, ਉਸਦੀ ਗਿਆਨ, ਉਸਦੀ ਸ਼ਕਤੀ, ਉਸਦੀ ਇਹ ਸਭ ਵਡਿਆਈ ਉਹ ਬੇਹੱਦ ਹੈ, ਉਹ ਹਰ ਜਗ੍ਹਾ ਮੌਜੂਦ ਹੈ। ਇਸ ਵਾਸਤੇ ਇਹ ਫੜ ਕੇ ਅਸੀਂ ਕਹਿੰਦੇ ਹਾਂ ਉਹ ਓਮਨੀ ਪ੍ਰੈਜ਼ੈਂਟ ਹੈ, ਕਿਉਂਕਿ ਉਹ ਨਜ਼ਰ ਨਹੀਂ ਆਉਂਦੇ। ਸੂਰਜ ਨਜ਼ਰ ਆਉਂਦੀ ਹੈ, ਇਸ ਵਾਸਤੇ ਅਸੀਂ ਸੂਰਜ ਨੂੰ ਨਹੀਂ ਕਿਹਾ ਕਿ ਸੂਰਜ ਓਮਨੀ ਪ੍ਰੈਜ਼ੈਂਟ ਹੈ। ਉਹ ਅਸੀਂ ਕਲੀਅਰ ਸਾਨੂੰ ਆਈਡੀਆ ਹੈ ਕਿ ਸੂਰਜ ਇੱਕ ਥਾਂ ਟਿੱਕੀ ਹੈ, ਕਿਉਂਕਿ ਅਸੀਂ ਉਸ ਨੂੰ ਵੇਖਦੇ ਹਾਂ, ਪਰ ਅਕਾਲ ਪੁਰਖ ਨੂੰ ਅਸੀਂ ਵੇਖ ਨਹੀਂ ਸਕਦੇ। ਇਸ ਵਾਸਤੇ ਅਸੀਂ ਕਹਿੰਦੇ ਹਾਂ ਕਿ ਉਹ ਹਰ ਜਗ੍ਹਾ ਹੈ। ਐਕਚੁਅਲੀ ਉਹ ਇੱਕੋ ਜਗ੍ਹਾ ਹੈ, ਪਰਮਧਾਮ ਵਿੱਚ ਟਿਕੇ ਹੋਏ ਨੇ, ਇਸ ਖੇਡ ਤੋਂ ਦੂਰ। ਕਿਉਂਕਿ ਉਹ ਕਿਉਂ ਅਲੱਗ ਨੇ ਇਸ ਖੇਡ ਤੋਂ ਦੂਰ, ਇਹ ਵੀ ਸੋਚਣ ਦੀ ਗੱਲ ਹੈ। ਉਹ ਇਸ ਵਾਸਤੇ ਅਲੱਗ ਹੈ ਕਿਉਂਕਿ ਅਸੀਂ ਸਾਰੇ ਭੁੱਲ ਜਾਂਦੇ, ਅਸੀਂ ਐਮਨੀਸ਼ੀਆ ਵਿੱਚ ਚਲੇ ਜਾਂਦੇ, ਅਤੇ ਫਿਰ ਸਾਨੂੰ ਵਾਪਸ ਲੈ ਜਾਣ ਵਾਲਾ ਕੌਣ ਹੋਏਗਾ? ਅਤੇ ਫਿਰ ਉਸ ਇੱਕ ਨੂੰ ਡਿਊਟੀ ਦਿੱਤਾ ਗਿਆ, ਰੋਲ ਪਲੇ ਹੈ, ਉਸ ਦੀ ਵੀ ਰੋਲ ਪਲੇ ਹੈ ਕਿ ਉਹ ਸਤਿਗੁਰੂ ਹੈ, ਸਾਨੂੰ ਵਾਪਸ ਲੈ ਜਾਣ ਵਾਲਾ ਉਹੀ ਇੱਕੋ ਹੈ। ਇਸ ਵਾਸਤੇ ਉਹਨਾਂ ਨੂੰ ਇਸ ਸ੍ਰਿਸ਼ਟੀ ਤੋਂ ਦੂਰ ਰਹਿਣਾ ਪੈਂਦਾ, ਅਤੇ ਬਲਕਿ ਉਸਦੀ ਸ਼ਕਤੀ ਅਤੇ ਉਸਦੀ ਰਚਨਾ ਦੇ ਉੱਤੇ ਉਹ ਮਤਲਬ ਉਸਦੀ ਅਲੱਗ ਰੋਲ ਹੈ ਕਿ ਉਹ ਹੈ ਔਰ ਪਿਆਰ ਕਰ ਰਹੇ ਨੇ, ਔਰ ਪਿਆਰ ਦੇ ਰਹੇ ਨੇ, ਔਰ ਬਰਖਾ ਦੇ ਰਹੇ ਨੇ। ਔਰ ਗਿਆਨ ਦੇ ਤੌਰ 'ਤੇ ਅਗਰ ਅਸੀਂ ਆਪਣਾ ਬੁੱਧੀ ਦਾ ਤਾਲਾ ਸਾਡਾ ਬੰਦ ਹੁੰਦਾ ਹੈ ਹਰ ਇੱਕ ਯੁੱਗ ਵਿੱਚ, ਫਿਰ ਉਹ ਮੈਸੇਂਜਰਸ ਵੀ ਭੇਜਦੇ ਨੇ ਸਾਨੂੰ ਯਾਦ ਦਿਲਾਉਣ ਵਾਸਤੇ, ਸਾਨੂੰ ਉਸਦੇ ਮਤਲਬ ਅਸੀਂ ਜ਼ਿਆਦਾ ਦੂਰ ਨਾ ਟੁਰ ਜਾਈਏ, ਉਸ ਨੂੰ ਇੱਕਦਮ ਭੁੱਲ ਨਾ ਜਾਈਏ। ਘੜੀ ਕੋਈ ਨਾ ਕੋਈ ਸਾਡੀ ਜ਼ਿੰਦਗੀ ਵਿੱਚ ਸਾਈਕਲ ਆਫ ਟਾਈਮ ਵਿੱਚ ਵਕਤ ਦੇ ਚੱਕਰ, ਸ੍ਰਿਸ਼ਟੀ ਚੱਕਰ ਦੇ ਵਿੱਚ ਕੋਈ ਨਾ ਕੋਈ ਮਹਾਨ ਆਤਮਾ ਆਉਂਦੇ ਰਹਿੰਦੇ ਨੇ। ਜਿਵੇਂ ਪਹਿਲਾਂ ਇਬਰਾਹਿਮ ਆਏ ਸਨ, ਫਿਰ ਉਸ ਤੋਂ ਬਾਅਦ ਮੋਜ਼ਸ ਔਰ ਬੁੱਧਾ ਵੀ ਆਏ ਨੇ, ਫਿਰ ਜੀਸਸ ਵੀ ਆਏ ਨੇ, ਫਿਰ ਮੁਹੰਮਦ ਵੀ ਆਏ ਨੇ, ਫਿਰ ਔਰ 550 ਸਾਲ ਪਹਿਲੇ ਗੁਰੂ ਨਾਨਕ ਦੇਵ ਜੀ ਵੀ ਆਏ ਨੇ, ਔਰ ਫਿਰ ਉਸ ਤੋਂ ਬਾਅਦ 10 ਗੁਰੂ ਹੋਰ ਵੀ ਆਏ ਨੇ। ਇਸੇ ਤਰ੍ਹਾਂ ਉਹ ਕਿਸੇ ਨਾ ਕਿਸੇ ਨੂੰ ਭੇਜਦੇ ਨੇ ਆਪਣੀ ਯਾਦ ਦਿਲਾਉਣ ਵਾਸਤੇ। ਉਸ ਇੱਕ ਦੀ ਗੱਲ ਸਾਰਿਆਂ ਨੇ ਕੀਤੀ। ਇਸ ਵਾਸਤੇ ਅਸੀਂ ਇੱਕ ਓਂਕਾਰ, ਇੱਕ ਪਰਮਾਤਮਾ ਦੀ ਗੱਲ ਕਰ ਰਹੇ ਹਾਂ। 100 ਪਰਮਾਤਮਾ, ਕਰੋੜ ਪਰਮਾਤਮਾ ਕੋਈ ਨਹੀਂ, ਇੱਕ ਪਰਮਾਤਮਾ ਹੈ। ਉਸ ਦੀ ਜੋ ਅਸੀਂ ਸਿਫਤ ਕਰਨੇ ਹਾਂ ਦੇਵੀ ਦੇਵਤਾ ਵਗੈਰਾ ਦੇ, ਉਹ ਵੀ ਉਸ ਦੀ ਰਚਨਾ ਹੈ, ਉਹ ਖੁਦ ਨਹੀਂ ਹੈ। ਉਹ ਜਿਸ ਦੀ ਵੀ ਪੰਜ ਤੱਤਵ ਦਾ ਹੋਂਦ ਹੋਏ, ਉਸ ਨੂੰ ਅਸੀਂ ਪਰਮਾਤਮਾ ਨਹੀਂ ਕਹਿੰਦੇ, ਉਸ ਨੂੰ ਅਸੀਂ ਕਹਿੰਦੇ ਦੇਵੀ ਦੇਵਤਾ, ਮਤਲਬ ਕਿ ਸ਼ਕਤੀਸ਼ਾਲੀ ਆਤਮਾ। ਜਿਵੇਂ ਕਿ ਮੈਂ ਪਹਿਲਾ ਜਨਮ ਵਿੱਚ ਜਦੋਂ ਮੈਂ ਪਰਮਧਾਮ ਤੋਂ ਥੱਲੇ ਉਤਰਨੇ ਆ, ਅਤੇ ਉਸ ਸਤਯੁਗ ਵਿੱਚ ਅਸੀਂ ਸਾਰੇ ਦੇਵੀ ਦੇਵਤਾ ਹੀ ਤੋਂ ਸੇ। ਅਵਤਾਰ ਦਾ ਪਿਕਚਰ ਜੋ ਇੰਗਲਿਸ਼ ਵਿੱਚ ਬਹੁਤ ਖੂਬਸੂਰਤੀ ਨਾਲ ਬਣਾਈ ਗਈ ਹੈ, ਅਵਤਾਰ, ਉਹ ਪਿਕਚਰ ਵੇਖਣ ਵਾਲੀ ਹੈ। ਉਸ ਵਿੱਚ ਸ਼ਕਤੀਸ਼ਾਲੀ ਇਨਸਾਨ ਦਿਖਾਇਆ, ਹਾਂ ਉਸਦੇ ਰੂਪ ਅਲੱਗ ਦਿਖਾਇਆ, ਪਰ ਸ਼ਕਤੀ ਜੋ ਹੈ, ਗੁਣ ਜੋ ਗੁਣਵਾਨ ਅਤੇ ਸ਼ਕਤੀਆਂ ਨਾਲ ਭਰਪੂਰ ਅਸੀਂ ਆਤਮਾ ਉਸ ਵੇਲੇ ਸਾਂ ਜਦੋਂ ਅਸੀਂ ਪਰਮਧਾਮ ਤੋਂ ਨਵਾਂ ਥੱਲੇ ਉਤਰੇ ਇਸ ਸ੍ਰਿਸ਼ਟੀ ਚੱਕਰ ਵਿੱਚ ਖੇਡਣ। ਉਸ ਵੇਲੇ ਸਾਨੂੰ ਪਤਾ ਸੀ ਅਸੀਂ ਆਤਮਾ ਹੈ ਅਤੇ ਅਸੀਂ ਅਕਾਲ ਆ, ਸਭ ਕੁਝ ਸਾਨੂੰ ਪਤਾ ਸੀ। ਫਿਰ ਹੌਲੀ ਜਨਮ ਦੇ ਲੈਂਦਿਆਂ ਅਸੀਂ ਭੁੱਲ ਚੁੱਕੇ, ਅਤੇ ਦੁਆਪਰ ਵਿੱਚ ਅਸੀਂ ਪਹੁੰਚ ਜਾਂਦੇ ਹਾਂ। ਫਿਰ ਸਾਨੂੰ ਨਹੀਂ ਯਾਦ ਰਹਿੰਦਾ, ਫਿਰ ਉਹਨਾਂ ਨੂੰ ਦੁਆਪਰ ਵਿੱਚ ਅਲੱਗ ਮੈਸੇਂਜਰਸ ਆਉਣੇ ਪੈਂਦੇ, ਅਤੇ ਫਿਰ ਅਸੀਂ ਅਲੱਗ ਮੈਸੇਂਜਰਸ ਆਉਂਦੇ ਨੇ, ਸਾਨੂੰ ਉਸ ਇੱਕ ਦੀ ਯਾਦ ਦਿਲਾਉਂਦੀ ਹੈ। ਪਰ ਕੀ ਹੈ, ਅਸੀਂ ਬਟਵਾਰਾ ਕਰ ਲੈਂਦੇ ਹਾਂ। ਉਹ ਆ ਕੇ ਚਲੇ ਜਾਂਦੇ ਨੇ, ਉਹਨਾਂ ਦੇ ਰਿਲੀਜਨ ਬਣ ਜਾਂਦੀ ਹੈ। ਇਬਰਾਹਿਮ ਆਏ ਚਲੇ ਗਏ, ਇੱਕ ਰਿਲੀਜਨ ਬਣ ਗਏ। ਜੀਸਸ ਆਏ, ਕ੍ਰਾਈਸਟ ਆਏ, ਚਲੇ ਗਏ, ਉਸਦੀ ਇੱਕ ਰਿਲੀਜਨ ਬਣ ਜਾਂਦੀ ਹੈ। ਕ੍ਰਿਸਚੀਅਨਿਟੀ ਕ੍ਰਾਈਸਟ ਦੇ ਜਾਣ ਤੋਂ ਬਾਅਦ ਬਣੀ ਹੈ, ਕ੍ਰਾਈਸਟ ਦੇ ਹੁੰਦਿਆਂ ਨਹੀਂ ਬਣੀ। ਬੁੱਧਿਜ਼ਮ ਬੁੱਧਾ ਦੇ ਜਾਣ ਤੋਂ ਬਾਅਦ ਬਣੀ ਹੈ, ਉਹਦੇ ਹੁੰਦਿਆਂ ਨਹੀਂ ਬਣੀ। ਇਸੇ ਤਰ੍ਹਾਂ ਅਸੀਂ ਵੀ, ਸਿੱਖੀਜ਼ਮ ਵੀ ਗੁਰੂਆਂ ਦੇ ਜਾਣ ਤੋਂ ਬਾਅਦ ਫਿਰ ਸਿੱਖੀਜ਼ਮ ਸ਼ੁਰੂ ਹੋਇਆ। ਗੁਰੂ ਨਾਨਕ ਦੇਵ ਜੀ ਦਾ ਸਨ, ਉਸ ਟਾਈਮ ਸਿੱਖੀਜ਼ਮ ਥੋੜ੍ਹਾ ਸੀ, ਅਸੀਂ ਸਾਰੇ ਇੱਕੋ। ਉਹਨਾਂ ਨੇ ਸਿਰਫ ਇੱਕ ਓਂਕਾਰ, ਇੱਕ ਪਰਮ ਪਿਤਾ ਪਰਮਾਤਮਾ ਦੀ ਪ੍ਰਚਾਰ ਕੀਤੀ ਹੈ, ਅਤੇ ਸਾਰੇ ਧਰਮ ਸਥਾਪਿਤ ਕਰਨ ਵਾਲੇ ਇਹੀਓ ਗੱਲ ਕਰਦੇ ਨੇ, ਅਤੇ ਉਹ ਹਰ ਇੱਕ ਉਸ ਦੀ ਗਾਉਂਦੇ ਨੇ, ਉਸ ਇੱਕ ਓਂਕਾਰ, ਇੱਕ ਪਰਮਾਤਮਾ, ਇੱਕ ਪਰਮ ਪਿਤਾ ਦਾ ਹੀ ਗਾਉਂਦੇ ਨੇ। ਅਤੇ ਇਸ ਵਾਸਤੇ ਅਸੀਂ ਕਹਿੰਦੇ ਕਥਨਾ ਕਥੀ ਨਾ ਆਵੇ
ਤੋੜ ਜਿੰਨਾ ਮਰਜ਼ੀ ਅਸੀਂ ਉਸ 'ਤੇ ਕਥਾ ਕਰੀ ਜਾਵੇ, ਜਿੰਨਾ ਮਰਜ਼ੀ ਅਸੀਂ ਪੋਇਟਰੀ ਦੇ ਤੌਰ 'ਤੇ, ਗਾਣੇ ਦੇ ਤੌਰ 'ਤੇ ਸ਼ਬਦ ਯੂਜ਼ ਕਰੀਏ, ਖੂਬਸੂਰਤ ਤਰੀਕੇ ਨਾਲ ਉਸ ਦੀ ਸਿਫਤ ਕਰੇ, ਪਰ ਅਸੀਂ ਉਸ ਦੀ ਸੀਮਾ ਨਹੀਂ ਪਾ ਸਕਦੇ। ਕਥ ਕਥ ਕਥੀ ਕੋਟੀ ਕੋਟ ਕੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਮਤਲਬ ਕਰੀ ਜਾਵੇ ਫਿਰ ਵੀ ਕਰੋੜ ਵਾਰ ਕਰੀ ਜਾਵੇ ਤਾਂ ਵੀ ਉਸ ਦੀ ਛੂ ਨਹੀਂ ਸਕਦੇ। ਇੱਕ ਜ਼ਰਾ ਜਿੰਨਾ ਵੀ ਅਸੀਂ ਉਸ ਦੀ ਸਮਝ ਨੇ, ਉਸ ਦੀ ਸੀਮਾ ਨਹੀਂ ਪਾ ਸਕਦੇ। ਅਤੇ ਇਸ ਐਪੀਸੋਡ ਵਿੱਚ ਇਸ ਵਾਰੀ ਅਸੀਂ ਇਸ ਦੀ ਗੱਲ ਕਰਦੇ ਪਏ ਹਾਂ ਗਾਵੇ। ਜਦੋਂ ਅਸੀਂ ਇਸ ਨੂੰ ਗਾਉਂਦੇ ਹਾਂ ਫਿਰ ਅਸੀਂ ਸਮਝ ਜਾਂਦੇ ਹਾਂ ਜਿਹੜਾ ਸਾਈਕਲ ਆਫ ਟਾਈਮ ਨੂੰ ਅਸੀਂ ਟੱਚ ਕੀਤਾ ਇਸ ਵਾਰੀ, ਕਿ ਸ੍ਰਿਸ਼ਟੀ ਚੱਕਰ ਹੈ, ਇਹ ਵੀ ਇੱਕ ਚੈਪਟਰ ਹੈ ਬ੍ਰਹਮਾ ਕੁਮਾਰੀਜ਼ ਦੇ ਕੋਰਸ ਵਿੱਚ, ਜਿਸ ਨੂੰ ਸੁਣ ਕੇ ਮੇਰੀਆਂ ਹੋਸ਼ ਉੱਡ ਗਏ ਕਿ ਕਿਵੇਂ ਅਸੀਂ ਸਾਰੇ ਧਰਮ ਨੂੰ ਇੱਕ ਸ੍ਰਿਸ਼ਟੀ ਚੱਕਰ ਵਿੱਚ ਅਸੀਂ ਵੇਖ ਸਕਦੇ ਹਾਂ। ਕਿਵੇਂ ਸਤਯੁਗ, ਫਿਰ ਤ੍ਰੇਤਾ, ਫਿਰ ਦੁਆਪਰ, ਫਿਰ ਕਲਯੁਗ, ਕਿ ਕਿਵੇਂ ਇਹ ਚੱਕਰ ਚੱਲਦੀ ਹੈ। ਔਰ ਕਲਯੁਗ ਦੇ ਅੰਤ ਤੋਂ ਬਾਅਦ ਫਿਰ ਸਤਯੁਗ, ਜਿਵੇਂ ਦਿਨ ਹੈ ਅਤੇ ਰਾਤ ਹੈ ਅਤੇ ਦਿਨ ਹੈ ਅਤੇ ਰਾਤ ਹੈ, ਇਸ ਤਰ੍ਹਾਂ ਸ੍ਰਿਸ਼ਟੀ ਚੱਕਰ ਵੀ ਚੱਲਦੀ ਹੈ। ਦਿਨ ਹੈ ਅਤੇ ਰਾਤ ਹੈ, ਅਤੇ ਅਸੀਂ ਕਹਾਂਗੇ ਜਨਵਰੀ, ਫੈਬਰਰੀ, ਦਸੰਬਰ ਤੱਕ ਕਾਲ ਦੀ ਗੱਲ ਅਸੀਂ ਕਰ ਰਹੇ ਹਾਂ, ਵਕਤ ਦੀ ਗੱਲ ਕਰ ਰਹੇ ਹਾਂ, ਟਾਈਮ ਦੀ ਗੱਲ ਕਰ ਰਹੇ ਹਾਂ। ਅਤੇ ਇਹ ਚੱਲਦੀ ਹੈ ਗੋਲ, ਮਤਲਬ ਕਿ ਸ਼ੁਰੂ ਹੁੰਦੀ ਹੈ ਫਿਰ ਦਿਨ, ਫਿਰ ਰਾਤ, ਫਿਰ ਦਿਨ, ਫਿਰ ਰਾਤ, ਜਨਵਰੀ, ਫੈਬਰਰੀ, ਫਿਰ ਦਸੰਬਰ। ਮਹੀਨਾ ਸ਼ੁਰੂ ਹੁੰਦਾ ਫਿਰ ਮੂਨ, ਜਿਵੇਂ ਚੰਦਰਮਾ ਹੈ, 15 ਡੇਜ਼ ਤੋਂ ਬਾਅਦ ਫਿਰ ਘਟਦੀ ਹੈ, ਫਿਰ ਵੱਧਦੀ ਹੈ, ਫਿਰ ਘਟਦੀ ਹੈ। ਇਸੇ ਤਰ੍ਹਾਂ ਸ੍ਰਿਸ਼ਟੀ ਚੱਕਰ ਵੀ ਚੱਲਦੀ ਹੈ। ਅਤੇ ਕਲਯੁਗ ਦੇ ਅੰਤ ਤੋਂ ਬਾਅਦ ਕੀ ਆਏਗਾ? ਸਤਯੁਗ ਜ਼ਰੂਰ ਆਏਗਾ। ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਪਰਮਾਤਮਾ, ਪਰਮ ਪਿਤਾ, ਸ੍ਰਿਸ਼ਟੀ ਚੱਕਰ ਨੂੰ ਚਲਾਉਣ ਵਾਲਾ ਉਹ ਹੀ ਕਲਯੁਗ ਦੇ ਅੰਤ ਨੂੰ ਫਿਰ ਸਤਯੁਗ ਸਾਨੂੰ ਯਾਦ ਦਿਲਾਉਂਦਾ ਕਿ ਸਤਯੁਗ ਆਉਣ ਵਾਲਾ ਹੈ। ਔਰ ਕਲਯੁਗ ਦੇ ਅੰਤ 'ਤੇ ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈ ਕਿ ਸਾਨੂੰ ਸਤਯੁਗ ਹੀ ਚਾਹੀਦਾ ਹੈ, ਕਿਉਂਕਿ ਸਤਯੁਗ ਇੰਨੀ ਸੋਹਣੀ ਸ੍ਰਿਸ਼ਟੀ ਦੇ ਉੱਤੇ ਹੀ ਵਕਤ ਹੈ ਜੋ ਅਸੀਂ ਫਿਰ ਖੇਡਾਂਗੇ, ਉਸ ਵਰਗਾ ਬਣ ਜਾਵਾਂਗੇ ਜੋ ਅਸੀਂ ਗੁਣ ਗਾ ਰਹੇ ਉਸ ਦੀ। ਇਹੋ ਸਾਰੇ ਗੁਣ ਸਾਡੀ ਆਪਣੀ ਹੈ, ਪਰ ਅਸੀਂ ਅਜੇ ਇਸ ਨੂੰ ਸਿਰਫ ਉਸ ਦੀ ਗੁਣ ਮੰਨਿਆ ਕਿਉਂਕਿ ਅਸੀਂ ਆਪਣੇ ਆਪ ਨੂੰ ਸਮਝਿਆ ਨਹੀਂ। ਅਸੀਂ ਆਪਣੇ ਆਪ ਨੂੰ ਜਦ ਆਤਮਾ ਸਮਝਾਂਗੇ ਅਤੇ ਫਿਰ ਉਸ ਨੂੰ ਪਰਮਾਤਮਾ ਸਮਝਣਾ ਬਹੁਤ ਆਸਾਨ ਹੈ, ਕਿਉਂਕਿ ਸਾਡੇ ਰੂਪ ਇੱਕ ਹੈ, ਸਾਡੇ ਗੁਣ ਵੀ ਇੱਕੋ ਹੈ, ਲੇਕਿਨ ਅਸੀਂ ਆਪਣੇ ਗੁਣ ਨੂੰ ਖੋ ਬੈਠੇ ਹਾਂ ਖੇਡਦੇ ਹਾਂ। ਅਤੇ ਬਸ ਹੁਣ ਵਕਤ ਨੂੰ ਦੇਖਦੇ ਹੋਏ ਅੱਜ ਇਸ ਘੜੀ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪ ਜੀ ਨੂੰ ਸ਼ੁਕਰੀਆ ਕਰਦੇ ਹਾਂ ਕਿ ਆਪ ਮੇਰੇ ਨਾਲ ਇਸ ਇੱਕ ਓਂਕਾਰ, ਇੱਕ ਪਰਮਾਤਮਾ ਦੀ ਕਾਰਜ ਵਿੱਚ ਅਸੀਂ ਇਕੱਠੇ ਰਲ ਕੇ ਸਿਮਰਨ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ ਅਤੇ ਸਮਝਦੇ ਹਾਂ ਅਤੇ ਐਕਸਪੀਰੀਅੰਸ ਵੀ ਕਰਦੇ ਹਾਂ। ਅਤੇ ਅਗਲੀ ਘੜੀ ਵਿੱਚ ਫਿਰ ਮਿਲਾਂਗੇ ਆਪ ਜੀ ਦੇ ਨਾਲ, ਅਗਲਾ ਥਰਡ ਪੌੜੀ ਨੂੰ ਕੰਟੀਨਿਊ ਕਰਦੇ ਹਾਂ। ਥੈਂਕ ਯੂ ਜੀ। ਓਮ ਸ਼ਾਂਤੀ, ਸਤਿ ਸ੍ਰੀ ਅਕਾਲ।